ਵੈਰੀ ਗੁੱਡ ਆਫਟਰਨੂਨ ਸਟੂਡੈਂਟਸ। ਪਿਆਰੇ ਬੱਚੋ, ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 7 ਚਾਚੇ ਦਾ ਵਿਆਹ ਕਵਿਤਾ ਨੂੰ ਕਰਾਂਗੇ। ਬੱਚੋ, ਇਸ ਕਵਿਤਾ ਵਿੱਚ ਸ਼ੁਰੂ ਤੋਂ ਅੰਤ ਤੱਕ ਹਾਸੇ ਨਾਲ ਭਰਪੂਰ ਹੈ। ਜ਼ਿੰਦਗੀ ਵਿੱਚ ਹੱਸਣਾ ਬਹੁਤ ਜ਼ਰੂਰੀ ਹੈ। ਕਵੀ ਨੇ ਇਸ ਕਵਿਤਾ ਰਾਹੀਂ ਸਾਡਾ ਮਨੋਰੰਜਨ ਕੀਤਾ ਹੈ। ਚਾਚੇ ਦਿਆਲ ਸਿੰਘ ਦਾ ਜਦ ਲੱਗਾ ਹੋਣ ਵਿਆਹ, ਪੁੱਠੀਆਂ ਮਾਰੇ ਛਾਲਾ, ਚੜਿਆ ਗੋਡੇ ਗੋਡੇ ਚਾਹ। ਇਸ ਕਵਿਤਾ ਵਿੱਚ ਕਵੀ ਆਖਦਾ ਹੈ, ਜਦੋਂ ਚਾਚੇ ਦਿਆਲ ਸਿੰਘ ਦਾ ਵਿਆਹ ਹੋਣ ਲੱਗਾ, ਉਹ ਖੁਸ਼ੀ ਦੇ ਨਾਲ ਪੁੱਠੀਆਂ ਛਾਲਾਂ ਮਾਰਦਾ। ਕਿੰਨੀ ਜਾਵੇ ਜੰਝ, ਸਾਰੇ ਲੱਗੇ ਕਰਨ ਸਲਾਹ। ਸਾਰੇ ਲੋਕ, ਜੰਝ ਕੀ ਹੁੰਦੀ ਹੈ ਬੱਚੋ? ਬਰਾਤ। ਸਾਰੇ ਲੋਕ ਰਲ ਮਿਲ ਕੇ ਸਲਾਹ ਕਰਨ ਲੱਗੇ ਕਿ ਕਿੰਨੀ ਬਰਾਤ ਜਾਏਗੀ। ਗੰਡਾ ਘਲ ਨਿਤ ਦਿੱਤੇ, ਲਾਗੀ ਪੈ ਗਏ ਰਾਹ। ਗੰਡਾ ਘੋਲ ਨਿਉਤੇ ਦਿੱਤੇ ਤੇ ਲੋਕਾਂ ਨੂੰ ਵਿਆਹ ਦੇ ਨਿਉਤੇ ਕਾਰਡ ਦੇ ਦਿੱਤੇ ਗਏ। ਲਾਗੀ ਪੈ ਗਏ ਰਾਹ ਤੇ ਸਾਰੇ ਲੋਕ ਤਿਆਰੀ ਕਰਨ ਲਈ ਸ਼ੁਰੂ ਹੋ ਗਏ। ਕਿਸੇ ਨੇ ਊਠ ਸਜਾਇਆ ਤੇ ਕਿਸੇ ਨੇ ਲਈ ਘੋੜੀ ਸਜਾ। ਹੁਣ ਕਿਸੇ ਨੇ ਸ਼ਾਦੀ ਦੀ ਜਾਣ ਦੇ ਲਈ ਊਠ ਸਜਾਇਆ ਤੇ ਕਿਸੇ ਨੇ ਘੋੜੀ ਨੂੰ ਸਜਾਇਆ। ਤਾਰਾ ਸਿੰਘ ਵੀ ਆਪ ਰਿਹਾ ਸੀ ਸਾਈਕਲ ਨੂੰ ਲਿਸ਼ਕਾਏ। ਤੇ ਜਿਹੜਾ ਤਾਰਾ ਸਿੰਘ ਸੀ ਉਹ ਆਪ ਵੀ ਸਾਈਕਲ ਨੂੰ ਲਿਸ਼ਕਾ ਰਿਹਾ ਸੀ। 20 ਮੀਲ ਦਾ ਪੰਧ ਸੀ ਪਿੰਡੋਂ, ਨਵੇਂ ਪਿੰਡ ਦਾ ਰਾਹ। ਹੋ ਗਈ ਜੰਝ ਤਿਆਰ, ਜਾਣ ਨੂੰ ਸੇਰਾ ਲਿਆ ਸਜਾ। 20 ਮੀਲ ਦਾ ਪਿੰਡ ਸੀ ਪਿੰਡੋਂ, 20 ਮੀਲ ਦਾ ਪੰਧ ਸੀ। ਪਿੰਡ ਤੋਂ ਕਿੰਨੇ ਮੀਲ ਦਾ ਪੰਧ ਸੀ? 20 ਮੀਲ ਦਾ ਰਸਤਾ ਸੀ। ਨਵੇਂ ਪਿੰਡ ਦਾ ਰਾਹ, ਉਹ ਤੇ ਨਵੇਂ ਪਿੰਡ ਦਾ ਰਸਤਾ ਸੀ। ਹੋ ਗਈ ਜੰਝ ਤਿਆਰ, ਜਾਣ ਨੂੰ ਸੇਰਾ ਲਿਆ ਸਜਾ। ਤੇ ਬਰਾਤ ਜਾਣ ਨੂੰ ਲਈ ਤਿਆਰ ਹੋ ਗਈ ਤੇ ਉਹਨੇ ਸੇਰਾ ਸਜਾ ਲਿਆ। ਘੋੜ ਸਵਾਰੀ ਦੀ ਗੁੰਤਰ ਤੇ ਚਾਚਾ ਸੀ ਅਣਜਾਣ। ਘੋੜ ਸਵਾਰੀ ਦੀ ਗੁੰਤਰ ਦੀ, ਘੋੜ ਸਵਾਰੀ ਦੂਲਾ ਬੱਚੋ ਕਿਸ ਤੇ ਬਹਿ ਕੇ ਜਾਂਦਾ ਹੈ? ਘੋੜੇ ਤੇ। ਤੇ ਜਿਹੜਾ ਚਾਚਾ ਸੀ ਗੁੰਤਰ, ਘੋੜ ਸਵਾਰੀ ਦੀ ਗੁੰਤਰ ਤੋਂ ਚਾਚਾ ਸੀ ਅਣਜਾਣ। ਜਿਹੜਾ ਚਾਚਾ ਸੀ ਉਹ ਘੋੜੀ ਦੀ ਸਵਾਰੀ ਕਰਨ ਤੋਂ ਅਣਜਾਣ ਸੀ। ਉਸਨੂੰ ਘੋੜੀ ਦੀ ਸਵਾਰੀ ਨਹੀਂ ਕਰਨੀ ਆਉਂਦੀ ਸੀ। ਘੋੜੀ ਟੱਪੇ ਚਾਚਾ ਤਰਬਕੇ, ਘੁਟਕੇ ਫੜੀ ਲਗਾਮ। ਘੋੜੀ ਟੱਪੇ, ਜਦੋਂ ਘੋੜੀ ਟੱਪਦੀ ਚਾਚਾ ਤਰਬਕੇ ਤੇ ਚਾਚਾ ਡਿੱਗਦਾ ਡਿੱਗਦਾ ਤਰਬਕੇ, ਘੁਟਕੇ ਫੜੀ ਲਗਾਮ। ਤੇ ਉਸਨੇ ਜਿਹੜੀ ਆਪਣੀ ਰੱਸੀ ਸੀ ਉਹ ਘੁਟਕੇ ਫੜ ਲਈ। ਛੱਡੀ ਜੈਕਾਰੇ ਤੁਰ ਪਏ ਸੱਭੇ, ਗੱਭਰੂ ਅੱਗੇ ਅਣਜਾਣ। ਘੋੜੀ ਵੱਜੀ ਚਾਚੇ ਦੀ ਤਾਂ ਮੁੱਠ 'ਚ ਆ ਗਈ ਜਾਨ। ਛੱਡੇ ਜੈਕਾਰੇ ਤੁਰ ਪਏ ਸੱਭੇ, ਸਭ ਨੇ ਜਦੋਂ ਬਰਾਤ ਚੱਲਣ ਲੱਗੀ ਤੇ ਸਭ ਨੇ ਜੈਕਾਰੇ ਲਾਏ ਤੇ ਸਾਰੇ ਅੱਗੇ ਤੁਰ ਪਏ। ਗੱਭਰੂ ਅੱਗੇ ਅਣਜਾਣ, ਸਾਰੇ ਗੱਭਰੂ ਅੱਗੇ ਚੱਲ ਪੜੇ। ਘੋੜੀ ਵੱਜੀ ਚਾਚੇ ਦੀ ਤਾਂ ਮੁੱਠ 'ਚ ਆ ਗਈ ਜਾਨ। ਜਿਹੜੀ ਘੋੜੀ ਜਦੋਂ ਵੱਜੀ ਤੇ ਜਿਹੜੇ ਚਾਚੇ ਦੀ ਜਾਨ ਸੀ ਉਹ ਮੁੱਠ ਵਿੱਚ ਆ ਗਈ। ਕਿਸੇ ਦੀ ਬੋਤੀ ਬੁੜਕ ਕੇ ਉੱਤੇ ਥੱਲੇ ਸੁੱਟਿਆ ਬੰਦਾ। ਕਿਸੇ ਨੇ ਮੰਗਵੀ ਘੋੜੀ ਲੈ ਕੇ ਗਲ ਵਿੱਚ ਪਾ ਲਿਆ ਫੰਦਾ। ਕਿਸੇ ਦੀ ਬੋਤੀ ਬੁੜਕ ਕੇ ਉੱਤੇ ਥੱਲੇ ਸੁੱਟਿਆ ਬੰਦਾ। ਤੇ ਜਿਹੜੀ ਬੋਤੀ ਕੀ ਹੁੰਦਾ? ਬੁੜਾ। ਕਿਸੇ ਦੀ ਬੋਤੀ ਬੁੜਕ ਕੇ ਜਿਹੜਾ ਬੰਦਾ ਸੀ ਉਹ ਥੱਲੇ ਸੁੱਟ ਦਿਆ। ਕਿਸੇ ਨੇ ਮੰਗਵੀ ਘੋੜੀ ਲੈ ਕੇ ਗਲ ਵਿੱਚ ਪਾ ਲਿਆ ਫੰਦਾ। ਤੇ ਕਿਸੇ ਨੇ ਕਿਸੇ ਦੀ ਘੋੜੀ ਮੰਗ ਕੇ ਲਿਆਂਦੀ ਸੀ, ਉਸ ਦਾ ਫੰਦਾ ਕੀ ਹੁੰਦਾ? ਮੁਸੀਬਤ ਆਪਣੇ ਗਲ ਨੂੰ ਪਾ ਲਈ। ਤਾਰਾ ਸਿੰਘ ਨੂੰ ਚਾਹ ਸਾਈਕਲ ਦਾ, ਚੜ ਗਿਆ ਵੱਟ ਨਾਲ ਲਾ ਕੇ। ਤਾਰਾ ਸਿੰਘ ਨੂੰ ਕਿਸ ਦਾ ਚਾਹ ਚੜ ਗਿਆ? ਸਾਈਕਲ ਦਾ। ਬੜੇ ਵੱਟ ਦੇ ਨਾਲ ਉਹ ਆਪਣੇ ਸਾਈਕਲ ਤੇ ਚੜ ਗਿਆ। ਬਿਨਾਂ ਬ੍ਰੇਕੋ ਸਾਈਕਲ ਉਸਦਾ, ਲੈ ਲਿਆ ਦੂਰ ਬਚਾ। ਉਸਦੀ ਸਾਈਕਲ ਦੀਆਂ ਕੀ ਸਨ ਬੱਚੋ? ਬ੍ਰੇਕਾਂ ਨਹੀਂ ਸਨ। ਤੇ ਉਹ ਸਾਈਕਲ ਨੂੰ ਲੈ ਕੇ ਸਾਈਕਲ ਤੇ ਚੜਿਆ ਤੇ ਉਸਨੂੰ ਦੂਰ ਬਚਾ ਕੇ ਲੈ ਗਿਆ। ਉਤਰਨ ਦੀ ਸੀ ਨਾ ਜਾਚ ਸੀ ਉਸਨੂੰ, ਦੂਰੋਂ ਸ਼ੋਰ ਮਚਾਇਆ। ਚੋੜੀਆਂ ਲੱਤਾਂ ਕਰਕੇ ਡਿੱਗ ਪਿਆ, ਲੋਕੋ ਹਾਸਾ ਪਾਇਆ। ਉਤਰਨ ਦੀ, ਜਿਹੜਾ ਤਾਰਾ ਸਿੰਘ ਸੀ ਬੱਚੋ, ਉਸਨੂੰ ਸਾਈਕਲ ਤੋਂ ਉਤਰਨ ਦੀ ਜਾਚ ਨਹੀਂ ਆਉਂਦੀ ਸੀ। ਉਸਨੇ ਦੂਰ ਤੋਂ ਸ਼ੋਰ ਮਚਾਰਿਆ। ਚੋੜੀਆਂ ਲੱਤਾਂ ਕਰਕੇ ਡਿੱਗ ਪਿਆ, ਲੋਕਾਂ ਹਾਸਾ ਪਾਇਆ। ਤੇ ਉਹ ਸਾਈਕਲ ਤੋਂ ਹੇਠਾਂ ਗਿਰ ਗਿਆ। ਸਾਰੇ ਲੋਕ ਹੱਸਣ ਲੱਗੇ। ਘਟਿਓ ਮਿੱਟੀਆਂ ਲੀੜੇ ਹੋ ਗਏ, ਨਾਲੋਂ ਲੱਥਰੀ ਮਾਲ।
घटिया मिट्टी लीड़े हो गए, नाले लथगी माल, बज्जा जावे नाल गड़ीसी साइकिल अपने नाल। घटी मिट्टी, उसके ਜਿਹੜੇ ਕੱਪੜੇ ਸਨ ਉਹ ਮਿੱਟੀ ਦੇ ਨਾਲ ਲੀੜੇ ਹੋ ਗਏ, ਨਾਲੋਂ ਲੱਥਰੀ ਮਾਲ, ਨਾਲੇ ਉਸਦੀ ਜਿਹੜੀ ਮਾਰ ਸੀ ਉਹ ਵੀ ਮਿਲ ਗਈ। ਬੱਜਾ ਜਾਵੇ ਨਾਲ ਘਸੀਟੀ, ਉਹ ਸਾਈਕਲ ਦੇ ਨਾਲ ਘਸੀਟੀ ਜਾ ਰਿਹਾ ਸੀ, ਸਾਈਕਲ ਉਸਦੇ ਨਾਲ ਚੱਲ ਰਹੀ ਸੀ। ਚਾਚਾ ਸੋਚੇ ਘੋੜੀ ਉੱਤੇ ਕਿਧਰੇ ਭੱਜਾ ਜਾਵਾਂ, ਬੁੜਕ ਕੇ ਜ਼ਖਮ ਹੋ ਗਏ, ਢਿੱਲੀ ਹੋ ਗਈ ਪੱਗ। ਚਾਚਾ ਸੋਚੇ ਘੋੜੀ ਉੱਤੇ, ਚਾਚਾ ਸੋਚ ਰਿਹਾ ਸੀ ਕਿ ਘੋੜੀ ਉੱਤੇ ਉਤਰ ਕੇ ਮੈਂ ਕਿਤੇ ਭੱਜ ਜਾਵਾਂ। ਬੁੜਕ ਕੇ ਘੋੜੀ ਦੇ ਝਟਕੇ ਖਾ ਕੇ ਚਾਚੇ ਨੂੰ ਜ਼ਖਮ ਹੋ ਗਏ ਸਨ ਤੇ ਉਸ ਦੀ ਪੱਗ ਢਿੱਲੀ ਹੋ ਗਈ ਸੀ। ਜਾ ਪਹੁੰਚੀ ਬਰਾਤ ਨੱਚਦੀ, ਚਾਚਾ ਸਭ ਤੋਂ ਅੱਗੇ, ਇੱਧਰ ਉੱਧਰ ਵੇਖੀ ਜਾਵੇ, ਮੂਲੂ ਸੀ ਲੰਗੜਾ ਲੱਗੇ। ਜਾ ਪਹੁੰਚੀ ਬਰਾਤ ਨੱਚਦੀ, ਬਰਾਤ ਪੱਚਦੀ ਹੋਈ ਚਾਚੇ ਦੇ ਅੱਗੇ ਪਹੁੰਚ ਗਈ, ਚਾਚਾ ਸਭ ਤੋਂ ਅੱਗੇ, ਇੱਧਰ ਉੱਧਰ ਵੇਖੀ ਜਾਵੇ, ਮੂਲੇ ਹੀ ਲੰਗੜਾ ਲੱਗੇ। ਤੇ ਜਿਹੜਾ ਚਾਚਾ ਸੀ ਉਹ ਇੱਧਰ ਉੱਧਰ ਵੇਖ ਰਿਹਾ ਸੀ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਲੰਗੜਾ ਹੋਵੇ। ਕਿਸੇ ਨੇ ਲਾੜੀ ਸਿਮਰ ਕੌਰ ਦੇ ਕੰਨਾਂ ਵਿੱਚ ਪਰੋਇਆ, ਸ਼ਕਲ ਵਜਾਤਾ ਸੋਹਣੀ ਉਸਦੀ ਲੱਤਾਂ ਨੂੰ ਕੁਛ ਹੋਇਆ। ਲਾੜੀ ਕੀ ਹੁੰਦੀ ਹੈ ਬੱਚੋ? ਦੁਲਹਨ। ਕਿਸੇ ਨੇ ਸਿਮਰ ਕੌਰ ਦੁਲਹਨ ਦੇ ਕੰਨਾਂ ਵਿੱਚ ਇਹ ਪਾਇਆ ਕਿ ਮੁੰਡੇ ਦੀ ਸ਼ਕਲ ਤਾਂ ਸੋਹਣੀ ਹੈ ਪਰ ਉਹ ਲੱਤਾਂ ਤੋਂ ਕੀ ਹੈ? ਲੰਗੜਾ ਹੈ। ਉਸ ਦਿਨ ਦੀ ਆਪਣੀ ਵਿਤਿਆ ਚਾਚਾ ਪਿਆ ਸੁਣਾਵੇ, ਆਖੇ ਐਸਾ ਦਿਨ ਬੰਦੇ ਨੂੰ ਕਦੀ ਨਾ ਰੱਬ ਦਿਖਾਵੇ। ਉਸ ਦਿਨ ਦੀ ਇਹ ਅਵਸਥਾ ਚਾਚਾ ਆਪਣੇ ਆਪ ਸੁਣਾ ਰਿਹਾ ਹੈ ਤੇ ਉਹ ਆਖਦਾ ਹੈ ਇਸ ਤਰ੍ਹਾਂ ਦਾ ਦਿਨ ਬੰਦੇ ਦੀ ਜ਼ਿੰਦਗੀ ਵਿੱਚ ਪਰਮਾਤਮਾ ਕਦੇ ਵੀ ਉਸ ਨੂੰ ਨਾ ਦਿਖਾਵੇ। ਇਹ ਸੀ ਬੱਚੋ ਕਵਿਤਾ ਹਾਸ ਰਸ ਨਾਲ ਭਰਪੂਰ। ਇਸ ਕਵਿਤਾ ਵਿੱਚ ਕਵੀ ਨੇ ਸਾਨੂੰ ਹਾਸ ਰਸ ਬਾਰੇ ਰੱਖਿਆ ਕਿ ਇਹ ਕਵਿਤਾ ਸਾਰੀ ਹੱਸਣ ਦੇ ਨਾਲ ਭਰਪੂਰ ਹੈ। ਕਵੀ ਸਾਨੂੰ ਆਖਦਾ ਹੈ ਹੱਸਣਾ ਤੇ ਖੁਸ਼ ਰਹਿਣਾ ਅਰੋਗਤਾ ਦੀ ਨਿਸ਼ਾਨੀ ਹੈ, ਕਿ ਸਾਨੂੰ ਹੱਸਣਾ ਵੀ ਚਾਹੀਦਾ ਹੈ ਤੇ ਖੁਸ਼ ਵੀ ਰਹਿਣਾ ਚਾਹੀਦਾ ਹੈ। ਇਹ ਕਿਸ ਦੀ ਨਿਸ਼ਾਨੀ ਹੈ? ਅਰੋਗਤਾ ਦੀ ਨਿਸ਼ਾਨੀ ਹੈ। ਦੂਜਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸਾਡਾ ਫਰਜ਼ ਬਣਦਾ ਹੈ। ਕਿਸੇ ਤੇ ਹੱਸਣਾ ਬੜੀ ਬੁਰੀ ਗੱਲ ਹੈ। ਇਹ ਸੀ ਬੱਚੋ ਸਾਡੀ ਕਵਿਤਾ ਚਾਚੇ ਦਾ ਵਿਆਹ ਕਵਿਤਾ। ਇਸ ਕਵਿਤਾ ਦਾ ਬੱਚੋ ਇਸ ਕਵਿਤਾ ਨੂੰ ਪੜ੍ਹ ਕੇ ਤੁਸੀਂ ਸਾਰੇ ਬੱਚਿਆਂ ਨੇ ਆਪਣੇ ਆਪ ਇਸ ਕਵਿਤਾ ਦਾ ਸਾਰ ਲਿਖਣਾ ਹੈ।